मैनू पाक बना, पाक खुदा मैनू पाक बना। दर तेरे ते मेरी दुआ, दर तेरे ते मेरी दुआ। पाक खुदा मैनू पाक बना, पाक खुदा मैनू पाक बना। दर तेरे ते मेरी दुआ, दर तेरे ते मेरी दुआ। जिस्म जान नू मैं लेके आया, कर दे पवित्र मेरे खुदा। रूह जिस्म जान नू मैं लेके आया, कर दे पवित्र मेरे खुदा। मेरे खुदा मैनू शिफा, मेरे गुलाम मेरे शिफा। दर तेरे ते मेरी दुआ, दर तेरे ते मेरी दुआ। पाक खुदा मैनू पाक बना, पाक खुदा मैनू पाक बना। दर तेरे दर तेरे मेरी दुआ। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਆਓ ਅਸੀਂ ਖੁਦਾ ਦਾ ਧੰਨਵਾਦ ਕਰੀਏ ਇਸ ਨਵੇਂ ਦਿਨ ਦੇ ਲਈ। ਖੁਦਾ ਨੇ ਇਸ ਨਵੇਂ ਦਿਨ ਨੂੰ ਸਾਡੇ ਜੀਵਨ ਵਿੱਚ ਜੋੜਿਆ ਹੈ, ਹੁਣ ਤੱਕ ਸੰਭਾਲ ਕੇ ਰੱਖਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਸਾਰੀਆਂ ਬਰਕਤਾਂ ਲਈ ਖੁਦਾ ਦਾ ਧੰਨਵਾਦ ਕਰੀਏ। ਅੱਜ ਇਸ ਪਾਕਮਾਤ ਦੀ ਕੁਰਬਾਨੀ ਵਿੱਚ ਮੈਂ ਖਾਸ ਤੌਰ 'ਤੇ ਤੁਹਾਡੇ ਸਾਰਿਆਂ ਲਈ ਜਿਹੜੇ ਪ੍ਰਾਰਥਨਾ ਭਵਨ TV ਦੇ ਮਾਧਿਅਮ ਦੇ ਰਾਹੀਂ ਰੋਜ਼ਾਨਾ ਪਾਕਮਾਤ ਦੀ ਕੁਰਬਾਨੀ ਵਿੱਚ ਹਿੱਸਾ ਲੈਂਦੇ ਹਨ, ਵੱਖ-ਵੱਖ ਪਵਿੱਤਰ ਰੀਤਾਂ ਪ੍ਰਾਰਥਨਾਵਾਂ ਵਿੱਚ ਹਿੱਸਾ ਲੈਂਦੇ ਹਨ, ਨਾਲ ਹੀ ਪ੍ਰਾਰਥਨਾ ਭਵਨ TV ਦੇ ਸਾਰੇ ਮੈਂਬਰਾਂ ਲਈ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਸਾਨੂੰ ਇਸ TV ਦੇ ਮਾਧਿਅਮ ਦੇ ਰਾਹੀਂ ਆਪਣੇ ਵਚਨ ਦੇ ਪ੍ਰਚਾਰ ਦੇ ਕੰਮਾਂ ਵਿੱਚ ਹੋਰ ਸਰਗਰਮ ਬਣਾਵੇ। ਪਿਆਰਿਓ, ਅੱਜ ਅਸੀਂ ਵਚਨ ਦੇ ਅਨੁਸਾਰ ਸੁਣਾਂਗੇ ਕਿ ਸਾਡੀ ਆਪਣੀ ਜੋ ਆਤਮਿਕ ਜ਼ਿੰਦਗੀ ਹੈ, ਆਤਮਿਕ ਜੀਵਨ ਹੈ, ਉਹ ਨਿਰੰਤਰ ਪ੍ਰਾਰਥਨਾ ਕਰਨ, ਦਾਨ ਪੁੰਨ ਕਰਨ ਅਤੇ ਉਸ ਦੇ ਨਾਲ ਹੀ ਰੋਜ਼ਾ ਰੱਖਣ ਦੇ ਉੱਤੇ ਨਿਰਭਰ ਕਰਦੀ ਹੈ। ਇਹ ਤਿੰਨ ਚੀਜ਼ਾਂ ਜਾਂ ਤਿੰਨ ਚੰਗੇ ਕੰਮ ਇੱਕ ਮਸੀਹੀ ਦੇ ਜੀਵਨ ਦੇ ਅੰਗ ਹੋਣੇ ਚਾਹੀਦੇ ਆ। ਹਰ ਰੋਜ਼ ਅਸੀਂ ਇਹਨਾਂ ਉੱਤੇ ਧਿਆਨ ਲਾਈਏ। ਜਿੰਨਾ ਵੱਧ ਅਸੀਂ ਇਹਨਾਂ ਪਵਿੱਤਰ ਕੰਮਾਂ ਨੂੰ ਕਰਦੇ ਹਾਂ, ਓਨਾ ਹੀ ਵੱਧ ਅਸੀਂ ਆਤਮਿਕਤਾ ਵਿੱਚ ਅਤੇ ਪਵਿੱਤਰਤਾ ਵਿੱਚ ਵੱਧਦੇ ਹਾਂ। ਆਓ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪਦੇ ਹੋਏ ਇਹਨਾਂ ਤਿੰਨਾਂ ਕੰਮਾਂ ਵਿੱਚ ਹੋਰ ਸਰਗਰਮ ਹੋਣ ਲਈ, ਹੋਰ ਵਧਣ ਲਈ ਪ੍ਰਾਰਥਨਾ ਕਰੀਏ ਅਤੇ ਆਪਣੇ ਕੀਤੇ ਗਏ ਸਾਰੇ ਗਲਤੀਆਂ ਗੁਨਾਹਾਂ ਉੱਤੇ ਪਛਤਾਉਂਦੇ ਪ੍ਰਭੂ ਕੋਲ ਮਾਫੀ ਮੰਗੀਏ, ਤਾਂ ਜੋ ਇਹਨਾਂ ਪਵਿੱਤਰ ਭੇਦਾਂ ਨੂੰ ਅਸੀਂ ਯੋਗ ਢੰਗ ਨਾਲ ਬਣਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ
ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੂੰ ਸਵਰਗ ਅਤੇ ਧਰਤੀ ਉੱਤੇ ਰਾਜ ਕਰਦਾ ਹੈ। ਮਿਹਰ ਨਾਲ ਸਾਡੀ ਦੁਆ ਸੁਣ ਅਤੇ ਸਾਡੇ ਸਮੇਂ ਨੂੰ ਆਪਣੀ ਸ਼ਾਂਤੀ ਵਿੱਚ ਠਹਿਰਾ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਜੋ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ ਸੈਮੂਅਲ ਉਸ ਦਾ 15 ਬਾਬ 16 ਤੋਂ 23 ਆਇਤ ਤੱਕ। ਸੈਮੂਅਲ ਨੇ ਤੁਰੰਤ ਕਿਹਾ, ਚੁੱਪ ਰਹਿ, ਮੈਂ ਤੈਨੂੰ ਦੱਸਦਾ ਹਾਂ ਕਿ ਪ੍ਰਭੂ ਨੇ ਅੱਜ ਰਾਤ ਮੇਰੇ ਉੱਤੇ ਕੀ ਪ੍ਰਗਟ ਕੀਤਾ ਹੈ। ਸੈਮੂਅਲ ਬੋਲਿਆ, ਦੱਸ। ਸੈਮੂਅਲ ਨੇ ਕਿਹਾ, ਬੇਸ਼ੱਕ ਤੂੰ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ, ਪਰ ਫਿਰ ਵੀ ਤੂੰ ਪੂਰੀ ਇਸਰਾਇਲ ਕੌਮ ਦਾ ਸ਼ਾਸਕ ਹੈ। ਪ੍ਰਭੂ ਨੇ ਤੇਰਾ ਇਸਰਾਇਲ ਦਾ ਰਾਜਾ ਦੇ ਤੌਰ ਤੇ ਅਭਿਸ਼ੇਕ ਕੀਤਾ। ਉਸ ਨੇ ਤੈਨੂੰ ਦੱਸਿਆ ਕਿ ਤੂੰ ਪਾਪੀ ਅਮੇਲਕੀਆਂ ਦਾ ਨਾਸ਼ ਕਰੇ। ਉਸ ਦੀ ਆਗਿਆ ਸੀ ਕਿ ਤੂੰ ਅੰਤ ਤੱਕ ਲੜ ਕੇ ਉਹਨਾਂ ਦਾ ਸਭ ਕੁਝ ਨਾਸ਼ ਕਰੇ। ਫਿਰ ਤੂੰ ਉਸ ਦੀ ਇਹ ਆਗਿਆ ਕਿਉਂ ਨਾ ਮੰਨੀ? ਤੂੰ ਕਿਉਂ ਲੁੱਟ ਦਾ ਮਾਲ ਆਪਣੇ ਲਈ ਰੱਖਿਆ ਅਤੇ ਉਸ ਨੂੰ ਕ੍ਰੋਧਿਤ ਕੀਤਾ ਹੈ? ਸਾਊਲ ਨੇ ਉੱਤਰ ਦਿੱਤਾ, ਮੈਂ ਤਾਂ ਪ੍ਰਭੂ ਦੀ ਆਗਿਆ ਮੰਨੀ ਹੈ। ਮੈਂ ਉਸ ਦੀ ਆਗਿਆ ਅਨੁਸਾਰ ਗਿਆ ਅਤੇ ਅਮਲੇਕੀਆਂ ਨੂੰ ਹਰਾ ਕੇ ਉਹਨਾਂ ਨੂੰ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਰਾਜਾ ਅਗਾਗ ਨੂੰ ਖਤਮ ਕਰ ਦਿੱਤਾ। ਪਰ ਮੇਰੇ ਆਦਮੀਆਂ ਨੇ ਚੰਗੀਆਂ ਭੇਡਾਂ ਅਤੇ ਬਲਦ ਬਚਾ ਲਏ ਕਿ ਉਹ ਉਥੇ ਗਿਲਗਾਗ ਵਿੱਚ ਲਿਆ ਕੇ ਪ੍ਰਭੂ ਤੇਰੇ ਪਰਮੇਸ਼ਰ ਦੇ ਸਾਹਮਣੇ ਬਲੀ ਚੜਾਉਣ। ਸੈਮੂਅਲ ਨੇ ਉਸ ਨੂੰ ਕਿਹਾ ਕਿ ਪ੍ਰਭੂ ਆਪਣੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਅਤੇ ਬਲੀਆਂ ਤੋਂ ਖੁਸ਼ ਹੁੰਦਾ ਹੈ। ਹਾਂ, ਉਸ ਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਨਾਲੋਂ ਉਸ ਦਾ ਸੁਣਨਾ ਚੰਗਾ ਹੈ। ਪ੍ਰਭੂ ਦੀ ਅਵੱਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਅਤੇ ਜਿੱਦੀਪੁਣਾ ਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਤੂੰ ਪ੍ਰਭੂ ਦੇ ਵਚਨ ਨੂੰ ਰੱਦਿਆ ਹੈ, ਇਸ ਲਈ ਉਹ ਵੀ ਤੇਰਾ ਰਾਜਾ ਹੋਣਾ ਰੱਦਦਾ ਹੈ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। खुदावंद आप हैं मेरा यानी,
ਹਰਿਆ ਹਰਿਆ ਮੈਦਾਨਾਂ ਵਿੱਚ ਮੈਨੂੰ ਉਹ ਬਿਠਾਉਂਦਾ। ਹਰਿਆ ਹਰਿਆ ਮੈਦਾਨਾਂ ਵਿੱਚ ਮੈਨੂੰ ਉਹ ਬਿਠਾਉਂਦਾ। ਮਿੱਠੇ ਮਿੱਠੇ ਪਾਣੀ ਦੇ ਕੋਲ, ਮਿੱਠੇ ਮਿੱਠੇ ਪਾਣੀ ਦੇ ਕੋਲ ਮੈਨੂੰ ਲੈ ਜਾਂਦਾ, ਮੈਨੂੰ ਲੈ ਜਾਂਦਾ। ਖੁਦਾਵੰਦ ਆਪ ਹੈ ਮੇਰਾ ਯਾਰ, ਕਿਸੇ ਚੀਜ਼ ਦੀ ਮੈਨੂੰ ਉੜੇ ਨਾ ਹੁੰਦੀ, ਉੜੇ ਨਾ ਹੁੰਦੀ, ਉੜੇ ਨਾ ਹੁੰਦੀ। हालेलुया स्तुति गाए हम, यीशु की स्तुति गाए हम। हालेलुया स्तुति गाए हम, यीशु की स्तुति गाए हम। हालेलुया 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 हालेलुया। यीशु के पास आओ और मुक्ति को अपनाओ। यीशु के पास आओ और मुक्ति को अपनाओ। आशीष वो देगा, साथ मिलेगा, कभी नहीं छोड़ेगा। आशीष वो देगा, साथ मिलेगा, कभी नहीं छोड़ेगा। हालेलुया स्तुति गाए हम, यीशु की स्तुति गाए हम। हालेलुया स्तुति गाए हम, यीशु की स्तुति गाए हम। हालेलुया 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 हालेलुया। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा सन मरकुस ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 2 ਅਧਿਆਇ 18 ਤੋਂ 22 ਆਇਤ। ਯੋਹੰਨਾ ਦੇ ਚੇਲੇ ਅਤੇ ਫਰੀਸੀ ਵਰਤ ਰੱਖਦੇ ਸੀ। ਲੋਕਾਂ ਨੇ ਆ ਕੇ ਯਿਸੂ ਨੂੰ ਕਿਹਾ, ਯੋਹੰਨਾ ਦੇ ਚੇਲੇ ਅਤੇ ਫਰੀਸੀਆਂ ਦੇ ਚੇਲੇ ਕਿਉਂ ਵਰਤ ਰੱਖਦੇ ਹਨ, ਜਦ ਕਿ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ। ਯਿਸੂ ਨੇ ਉਹਨਾਂ ਨੂੰ ਕਿਹਾ ਕਿ ਬਰਾਤੀ ਜਦੋਂ ਤੱਕ ਲਾੜਾ ਉਹਨਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ। ਉਹ ਦਿਨ ਆ ਜਾਣਗੇ ਜਦੋਂ ਲਾੜਾ ਉਹਨਾਂ ਨਾਲੋਂ ਵੱਖ ਕਰ ਦਿੱਤਾ ਜਾਵੇਗਾ ਅਤੇ ਉਸ ਦਿਨ ਉਹ ਵਰਤ ਰੱਖਣਗੇ। ਕੋਈ ਵੀ ਪੁਰਾਣੇ ਕੱਪੜੇ ਨੂੰ ਕੋਰੇ ਕੱਪੜੇ ਦੀ ਟਾਕੀ ਨਹੀਂ ਲਾਉਂਦਾ। ਜੇਕਰ ਕੋਈ ਇੰਜ ਕਰਦਾ ਹੈ ਤਾਂ ਟਾਕੀ ਉਸ ਨਾਲੋਂ ਪਾਟ ਜਾਂਦੀ ਹੈ, ਯਾਨੀ ਨਵਾਂ ਪੁਰਾਣੇ ਨਾਲੋਂ ਲੱਥ ਜਾਂਦਾ ਹੈ ਅਤੇ ਚੀਰ ਹੋਰ ਬੁਰਾ ਬਣ ਜਾਂਦਾ ਹੈ। ਕੋਈ ਵੀ ਪੁਰਾਣੀਆਂ ਮਸ਼ਕਾਂ ਵਿੱਚ
ਨਵੀਂ ਅੰਗੂਰੀ ਮੈਂ ਨਹੀਂ ਪੜਦਾ। ਜੇਕਰ ਕੋਈ ਇੰਜ ਕਰਦਾ ਹੈ ਤਾਂ ਅੰਗੂਰੀ ਮੈਂ ਮਸ਼ਕਾਂ ਨੂੰ ਪਾੜ ਦੇਵੇਗੀ। ਫਿਰ ਅੰਗੂਰੀ ਮੈਂ ਨਸ਼ਟ ਹੋ ਜਾਂਦੀ ਹੈ ਅਤੇ ਇਸੇ ਤਰ੍ਹਾਂ ਮਸ਼ਕਾਂ ਵੀ। ਹਾਂ, ਨਵੀਂ ਅੰਗੂਰੀ ਮੈਂ ਨੂੰ ਨਵੀਆਂ ਮਸ਼ਕਾਂ ਵਿੱਚ ਹੀ ਪਾਇਆ ਜਾਂਦਾ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਮੇਰੇ ਪਿਆਰੇ ਭੈਣੋ ਤੇ ਭਰਾਓ, ਅਸੀਂ ਸਾਮੂਅਲ ਨਬੀ ਦੀ ਪੁਸਤਕ ਵਿੱਚੋਂ ਪਹਿਲਾ ਪਾਠ ਸੁਣਿਆ, ਜਿਸ ਵਿੱਚ ਅਸੀਂ ਇਹ ਸੁਣਿਆ ਕਿ ਇਸਰਾਇਲ ਦਾ ਜੋ ਪਹਿਲਾ ਰਾਜਾ ਸਾਊਲ ਸੀ, ਉਸ ਨੇ ਖੁਦਾ ਦੇ ਹੁਕਮਾਂ ਨੂੰ ਨਹੀਂ ਮੰਨਿਆ। ਖੁਦਾ ਦੇ ਹੁਕਮਾਂ ਦੀ ਅਵਗਿਆ ਕਰਨ ਕਾਰਨ, ਉਲੰਘਣਾ ਕਰਨ ਕਾਰਨ ਖੁਦਾ ਉਸ ਨੂੰ ਰੱਦ ਕਰ ਦਿੰਦਾ ਹੈ ਅਤੇ ਉਸ ਦੇ ਥਾਂ ਤੇ ਦਾਊਦ ਦਾ ਅਭਿਸ਼ੇਕ ਕਰਦਾ ਹੈ। ਪਿਆਰਿਓ, ਜੇਕਰ ਅਸੀਂ ਮੰਨ ਲਈਏ ਕਿ ਖੁਦਾ ਦੇ ਵਚਨ ਅਤੇ ਇਹ ਸਾਰੇ ਹੁਕਮ ਮੂਸਾ ਦੇ ਸਮੇਂ ਦੌਰਾਨ ਲਿਖੇ ਗਏ ਹਨ, ਇਸ ਦਾ ਮਤਲਬ ਲਗਭਗ 3 ਜਾਂ 3.5 ਸਾਲ ਹੋ ਚੁੱਕੇ ਹਨ ਪ੍ਰਭੂ ਦੇ ਇਹਨਾਂ ਵਚਨਾਂ ਅਤੇ ਹੁਕਮਾਂ ਨੂੰ ਲਿਖਿਆ ਹੋਇਆਂ ਨੂੰ। ਮੂਸਾ ਦੇ ਸਮੇਂ ਇਹ ਉਸੇ ਤਰ੍ਹਾਂ ਦੇ ਉੱਦਾਂ ਹੀ ਸੀ, ਤਾਂ ਯਿਸੂ ਦੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਹੀ ਸਨ, ਹੁਣ ਵੀ ਇਸੇ ਤਰ੍ਹਾਂ ਹਨ। ਅਤੇ ਭਾਵੇਂ ਜਿੰਨੀਆਂ ਮਰਜ਼ੀ ਸਦੀਆਂ ਜਾਂ ਸਾਲ ਲੰਘ ਜਾਣ, ਖੁਦਾ ਦੇ ਹੁਕਮ, ਖੁਦਾ ਦੇ ਵਚਨ ਉਸੇ ਤਰ੍ਹਾਂ ਹੀ ਰਹਿਣਗੇ ਜਿਸ ਤਰ੍ਹਾਂ ਆਰੰਭ ਤੋਂ ਲਿਖੇ ਹੋਏ ਸਨ। ਇਹਨਾਂ ਵਿੱਚ ਕੋਈ ਵੀ ਘਾਟਾ ਜਾਂ ਵਾਧਾ ਨਹੀਂ ਕਰ ਸਕਦਾ। ਇਹਨਾਂ ਵਿੱਚ ਸਥਿਰਤਾ ਹੈ ਅਤੇ ਇਹਨਾਂ ਵਿੱਚ ਤਾਜ਼ਗੀ ਹੈ। ਉਦੋਂ ਵੀ ਤਾਜ਼ਾ ਸੀ, ਹੁਣ ਵੀ ਇਸੇ ਤਰ੍ਹਾਂ ਹੈ, ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਰਹਿਣਗੇ। ਯਾਨੀ ਕਿ ਖੁਦਾ ਚਾਹੁੰਦਾ ਹੈ ਕਿ ਜੋ ਹਮੇਸ਼ਾ ਸਥਿਰ ਰਹਿੰਦਾ ਹੈ, ਜੋ ਹਮੇਸ਼ਾ ਚਿਰਸਥਾਈ ਹੈ, ਉਹ ਹੈ ਉਸ ਦਾ ਵਚਨ। ਉਸ ਉੱਤੇ ਧਿਆਨ ਲਾਈਏ ਅਤੇ ਖੁਦਾ ਦੇ ਵਚਨ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ। ਬਾਕੀ ਅਸੀਂ ਆਪਣੇ ਸਮੇਂ ਵਿੱਚ ਵੇਖਦੇ ਹਾਂ, ਆਸੇ ਪਾਸੇ ਵੱਖ-ਵੱਖ ਸਰਕਾਰਾਂ ਹੁੰਦੀਆਂ, ਵੱਖ-ਵੱਖ ਨਿਯਮ ਬਣਦੇ, ਵੱਖ-ਵੱਖ ਤਰ੍ਹਾਂ ਦੇ ਵਾਤਾਵਰਣ ਜਾਂ ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਹੁੰਦੀਆਂ। ਉਸੇ ਤਰ੍ਹਾਂ ਦੇ ਨਾਲ ਹੀ ਸਮਾਜ ਦੇ ਕਾਨੂੰਨ ਜਾਂ ਨਿਯਮ ਬਦਲਦੇ ਰਹਿੰਦੇ ਆ। ਜੇਕਰ ਕਿਤੇ ਸਥਿਰਤਾ ਹੈ, ਉਹ ਸਿਰਫ ਖੁਦਾ ਦੇ ਵਚਨ ਵਿੱਚ ਹੈ ਅਤੇ ਪੁਰਾਣੇ ਨੇਮ ਦੇ ਅਨੁਸਾਰ ਧਰਮੀ ਬੰਦਾ ਉਸ ਨੂੰ ਕਿਹਾ ਜਾਂਦਾ ਹੈ ਜੋ ਖੁਦਾ ਦੇ ਹੁਕਮਾਂ ਦਾ ਆਗਿਆਕਾਰ ਹੋਵੇ। ਅਸੀਂ ਨਵੇਂ ਨੇਮ ਵਿੱਚ ਸੁਣਦੇ ਹਾਂ ਸਿਰਫ ਸੰਤ ਯੂਸਫ ਨੂੰ ਧਰਮੀ ਇਨਸਾਨ ਕਿਹਾ ਗਿਆ, ਯਾਨੀ ਕਿ ਧਰਮੀ ਇਨਸਾਨ ਉਹ ਹੈ ਜੋ ਖੁਦਾ ਦੇ ਵਚਨਾਂ ਦੀ, ਹੁਕਮਾਂ ਦੀ ਪਾਲਣਾ ਕਰਦਾ ਹੈ। ਅਸੀਂ ਪ੍ਰਭੂ ਦੇ ਹੁਕਮਾਂ ਤੇ ਵਚਨਾਂ ਦੀ ਪਾਲਣਾ ਕਰਨ ਵਾਲੇ ਬਣੀਏ ਤਾਂ ਕਿ ਅਸੀਂ ਬਣਾਂਗੇ ਧਰਮੀ ਇਨਸਾਨ, ਧਰਮੀ ਮਸੀਹੀ। ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਅਸੀਂ ਪਵਿੱਤਰ ਜਾਂ ਆਤਮਿਕ ਇਨਸਾਨ ਬਣ ਜਾਵਾਂਗੇ। ਇਸ ਧਾਰਮਿਕਤਾ ਅਤੇ ਆਤਮਿਕਤਾ ਨੂੰ ਹੋਰ ਅੱਗੇ ਵਧਾਉਣ ਲਈ ਪ੍ਰਭੂ ਯਿਸੂ ਸਾਨੂੰ ਇੱਕ ਹੋਰ ਕੰਮ ਦੱਸਦੇ ਹਨ ਕਿ ਵਰਤ ਰੱਖਣਾ, ਪ੍ਰਾਰਥਨਾ ਵੀ ਕਰਨੀ, ਦਾਨ ਪੁੰਨ ਵੀ ਕਰਨਾ, ਨਾਲ ਹੀ ਨਾਲ ਵਰਤ ਰੱਖਣਾ, ਆਪਣੇ ਸਰੀਰ ਨੂੰ ਕਸ਼ਟ ਦੇਣਾ ਕਿ ਇਹਨਾਂ ਦੁਨਿਆਵੀ ਕੰਮਾਂ ਵਿੱਚ ਫਸ ਕੇ, ਜਿੱਦਾਂ ਸਾਊਲ ਰਾਜਾ ਲਾਲਚ 'ਚ ਆ ਕੇ ਉਹ ਖੁਦਾ ਦੀ ਆਗਿਆ ਨੂੰ ਨਹੀਂ ਮੰਨਦਾ, ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਸਰੀਰ ਨੂੰ ਕੁਛ ਕਸ਼ਟ ਦਿੰਦੇ ਹਾਂ ਤਾਂ ਅਸੀਂ ਸੰਸਾਰ ਦੀਆਂ ਵਾਸਨਾਵਾਂ, ਸੰਸਾਰ ਦੇ ਲੋਭ ਜਾਂ ਲਾਲਸਾਵਾਂ ਤੋਂ ਬਚ ਸਕਦੇ ਹਾਂ। ਸੋ ਇਹਨਾਂ ਤਿੰਨਾਂ ਕੰਮਾਂ ਵਿੱਚ ਜੋ ਸਾਡੀ ਨਿਰੰਤਰਤਾ ਹੋਵੇਗੀ ਤੇ ਖੁਦਾ ਦੇ ਵਚਨ ਦੇ ਪ੍ਰਤੀ ਆਗਿਆਕਾਰੀ ਹੋਵੇਗੀ, ਉਹ ਸਾਨੂੰ ਧਾਰਮਿਕਤਾ, ਆਤਮਿਕਤਾ ਅਤੇ ਪਵਿੱਤਰਤਾ ਵਿੱਚ ਵਧਣ ਲਈ ਮਦਦ ਪ੍ਰਦਾਨ ਕਰੇਗੀ। ਆਓ ਅਸੀਂ ਪ੍ਰਾਰਥਨਾ ਕਰਾਂਗੇ, ਖਾਸ ਤੌਰ 'ਤੇ ਅੱਜ ਦੇ ਦਿਨ ਦੇ ਲਈ। ਪ੍ਰਾਰਥਨਾ ਭਵਨ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਲਈ, ਦਰਸ਼ਕਾਂ ਦੇ ਲਈ ਤੇ ਪ੍ਰਾਰਥਨਾ ਭਵਨ ਟੀਵੀ ਦੇ ਹਰ ਇੱਕ ਮੈਂਬਰ ਦੇ ਲਈ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ ਜੋ ਸਾਡੇ ਜੀਵਨ ਵਿੱਚ ਜੋੜਿਆ ਹੈ। ਹੈ ਪਿਤਾ ਪਰਮੇਸ਼ਵਰ, ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਾਰਥਨਾ ਭਵਨ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ, ਦਰਸ਼ਕਾਂ ਦੇ ਲਈ
ਜੋ ਇਸ ਟੀਵੀ ਦੇ ਮਾਧਿਅਮ ਰਾਹੀਂ ਹੈ ਪ੍ਰਭੂ ਤੁਹਾਡੇ ਵਚਨ ਨੂੰ ਸੁਣਦੇ ਹਨ, ਪਵਿੱਤਰ ਰੀਤਾਂ ਵਿੱਚ ਭਾਗ ਲੈਂਦੇ ਹਨ। ਹੈ ਪ੍ਰਭੂ, ਵਚਨ ਦੇ ਰਾਹੀਂ ਇਹਨਾਂ ਸਾਰੇ ਵਿਸ਼ਵਾਸੀ ਭੈਣਾਂ ਭਰਾਵਾਂ ਨੂੰ ਆਪਣੀਆਂ ਤਮਾਮ ਬਰਕਤਾਂ ਤੇ ਅਸੀਸਾਂ ਨਾਲ ਭਰਪੂਰ ਕਰ। ਨਾਲ ਹੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਾਰਥਨਾ ਭਵਨ ਟੀਵੀ ਦੀ ਟੀਮ ਦੇ ਸਾਰੇ ਮੈਂਬਰਾਂ ਲਈ। ਹੈ ਪ੍ਰਭੂ, ਇਹਨਾਂ ਦੀ ਨਿਰੰਤਰ ਕੀਤੀ ਜਾਣ ਵਾਲੀ ਮਿਹਨਤ ਨੂੰ ਫਲਦਾਇਕ ਬਣਾਓ। ਅਸੀਂ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। तुझसे दूर था, यूं लगता था जैसे कि मुझ में प्राण नहीं। तुझसे दूर था, यूं लगता था जैसे कि मुझ में प्राण नहीं। तूने अपनाया है मुझको, इससे बड़ा सम्मान नहीं, इससे बड़ा सम्मान नहीं। प्रेम से मेरा दामन भरो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। दिल का चढ़ावा लाया हूँ, दिल का चढ़ावा लाया हूँ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਬਖਸ਼ ਦੇ ਕਿ ਅਸੀਂ ਲਾਇਕੀ ਨਾਲ ਇਹਨਾਂ ਭੇਦਾਂ ਵਿੱਚ ਹਿੱਸਾ ਲਈਏ
ਕਿਉਂ ਜੋ ਜਦ ਕਦੀ ਵੀ ਇਸ ਕੁਰਬਾਨੀ ਦੀ ਯਾਦਗਾਰੀ ਮਨਾਈ ਜਾਂਦੀ ਹੈ ਤਾਂ ਸਾਡੀ ਨਿਜਾਤ ਦਾ ਕੰਮ ਮੁਕੰਮਲ ਕੀਤਾ ਜਾਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। तेरी पाक मर्जी पूरी कर दिया, तेरे लिए एक पाक कौम ਨੂੰ हासिल करके उसने अपनियां बाਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਜ਼ ਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ऐ प्रभु तो सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ,
ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਦੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੇ ਮੇਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਇਦ ਦੇ ਮੁਬਾਰਕ ਵਸਨ ਯੂਸਫ ਦੇ ਨਾਲ ਧੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਇਹ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ऐ साडे बाप ਜਿਹੜਾ ਤੂੰ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਰ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਆਓ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੇ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਬੋਝ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਆਪਣੇ ਪਿਆਰ ਦੀ ਰੂਹ ਸਾਡੇ ਉੱਤੇ ਡੋਲ ਦੇ ਅਤੇ ਜਿਨ੍ਹਾਂ ਨੂੰ ਤੂੰ ਇੱਕੋ ਹੀ ਜੀਵਨ ਦੀ ਰੋਟੀ ਨਾਲ ਰਜਾਇਆ ਹੈ, ਉਹਨਾਂ ਨੂੰ ਆਪਣੀ ਮਿਹਰ ਨਾਲ ਇੱਕੋ ਮਨ ਅਤੇ ਇੱਕੋ ਹੀ ਦਿਲ ਬਣਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਹਿਲੇ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇਤਾਰੀ ਹੋਵੇ ਕਲਾਮ ਦੀ ਮਾਂ,
ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। कैसा सोना था जिस था बरनारत बेटी मरियम अरशाद रानी, अरशाद रानी। दस कैसा सोना था जिस था बरनारत बेटी मरियम अरशाद रानी, अरशाद रानी। तुरदी बरनारत खलो गई, खलो गई। तुरदी बरनारत खलो गई, खलो गई। दिल विच कहंदी ते की गल हो गई, हो गई। दिल विच कहंदी ते की गल हो गई, हो गई। चानण दे वल वेखदियां नजरी मां मरियम आई, चमके पोशाक नूरानी शक्ल निराली। दस कैसा सोना था जिस था बरनारत बेटी मरियम अरशाद रानी, अरशाद रानी। मरियम अरशाद रानी, अरशाद रानी। मरियम अरशाद रानी, अरशाद रानी।